ਉਹਨਾਂ ਵੀਰਾਂ ਨੂੰ ਆਈ ਨਹੀਂ ਪਤਾ ਕਿ ਸਾਡੇ 22 ਲੱਖ ਲੋਕਾਂ ਨਾਲ ਦਿਨ ਦਿਹਾੜੇ ਇੱਕ ਡਾਕਾ ਵੱਜਿਆ ਉਹਨਾਂ ਤੇ ਡਾਕਾ ਕਿੰਨਾ, ਉਹ 5250 ਰੁਪਏ ਜੇ ਅਸੀਂ ਸਾਰੇ ਜੋੜ ਦਈਏ ਤਾਂ 700 ਕਰੋੜ ਰੁਪਏ ਦਾ ਡਾਕਾ ਪੰਜਾਬ ਸਰਕਾਰ ਨੇ ਮਾਰਿਆ, ਜਿਹਦੇ ਬਾਰੇ ਲੋਕ ਵੇਖ ਲਿਆ ਤੇ ਲੋਕਾਂ ਨੂੰ ਆਈ ਨਹੀਂ ਪਤਾ ਕਿ ਸਾਡਾ 700 ਕਰੋੜ ਲੁੱਟਿਆ ਗਿਆ। ਪਰ ਹੁਣ ਪੰਜਾਬ ਦੇ ਮੁੱਦਿਆਂ ਤੇ ਵੀ ਚੇਤਨਤਾ ਪੈਦਾ ਕਰਨੀ ਹੈ, ਕਿਉਂਕਿ 2022 ਆ ਗਿਆ ਤੇ ਜੇ ਅਸੀਂ ਦਿੱਲੀ ਵਾਲੀ ਲੜਾਈ ਲੜਦੇ ਘਰੇ ਚੋਰ ਬਾੜ ਲਏ ਤਾਂ ਮੇਰੇ ਖਿਆਲ 'ਚ ਕੀ ਆ, ਕਿਸਾਨੀ ਅੰਦੋਲਨ ਦੇ ਵਿੱਚੋਂ ਅਸੀਂ ਕੀ ਆ ਉਹ ਚੀਜ਼ ਨਹੀਂ ਕੱਢ ਪਾਵਾਂਗੇ ਜਿਹੜੀ ਕੱਢਣੀ ਬਣਦੀ ਆ। ਤਾਂ ਬਾਕੀ ਪੂਰਾ ਪੰਜਾਬ ਨੂੰ ਕੀ ਆ, ਕਿਸੇ ਨੂੰ ਨਹੀਂ ਦਿੱਤਾ ਕੁਛ ਗਿਆ। ਇਹ ਫੌਜਦਾਰੀ ਮੁਕੱਦਮਾ ਬਣਦਾ ਸਰਕਾਰ ਦੇ ਖਿਲਾਫ। ਕਿਉਂ ਬਣਦਾ? ਕਿਉਂਕਿ ਇੱਕ ਬੰਦੇ ਨੂੰ ਤੁਸੀਂ ਦੇ ਕੇ ਬਾਕੀ ਸਾਰਿਆਂ ਦੇ ਹੱਕ ਨੂੰ ਕੀ, ਉਹਨਾਂ ਨੂੰ ਨਿਗੂਣਾ ਕਰ ਰਹੇ, ਉਹਨਾਂ ਨੂੰ ਕੀ ਆ, ਉਹਨਾਂ ਤੋਂ ਬਿਹੂਣਾ ਕਰ ਰਹੇ ਹੋ। ਤਾਂ ਸਰਕਾਰ 'ਚ ਕਟਹਿਰੇ 'ਚ ਖੜੀ ਕਰਨੀ ਬਣਦੀ ਆ। ਅੱਜ ਪੰਜਾਬ ਦੇ ਲੋਕ ਨੇ ਉਹ ਖੰਡ ਤੇ, ਪੱਤੀ ਤੇ, ਨੂਣ ਤੇ, ਤੇਲ ਤੇ, ਸ਼ੈਂਪੂ ਤੇ, ਮਰੇ ਦੇ ਕੱਪੜ ਤੇ ਵੀ ਟੈਕਸ ਦੇ ਰਹੇ ਆ। ਜੰਮਣ ਤੋਂ ਲੈ ਕੇ ਮਰਨ ਤੱਕ ਹਰ ਚੀਜ਼ ਤੇ ਟੈਕਸ ਦਿੰਦੇ ਆ। ਪਰ ਪੰਜਾਬ ਦੇ ਲੋਕ ਕੀ ਆ, ਹੱਕ ਵੀ ਹੁਣੇ ਕਰ ਰੱਖਿਆ, ਨਾ ਕਿਸੇ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ। ਤੇ ਇੱਕ ਮਜ਼ਦੂਰ ਭਰਾ ਜੀ ਨੇ ਸੜਕ ਬਣਾਈ ਆ, ਜਿਹਨੇ ਕੋਈ ਸਰਕਾਰੀ ਬਿਲਡਿੰਗ ਖੜੀ ਕੀਤੀ ਆ, ਸਾਰੀ ਉਮਰ ਕੀ ਆ ਬੱਠਲ ਢੋਇਆ ਆਪਦੇ ਸਿਰ ਤੇ, ਕਿ ਉਹ ਬੰਦੇ ਨੇ ਦੇਸ਼ ਦੀ ਸੇਵਾ ਨਹੀਂ ਕੀਤੀ। ਇੱਕ ਡੀਸੀ ਨੇ, ਇੱਕ ਜੱਜ ਨੇ, ਵਿਧਾਇਕ ਨੇ, ਜਿਹੜੇ ਨੇ ਇਸੇ ਕਮਰੇ 'ਚ ਬਹਿ ਕੇ ਆਪਦੀ ਭੂਮਿਕਾ ਨਿਭਾਈ ਆ ਕਿ ਉਹਨੇ ਇਕੱਲੇ ਨੇ ਦੇਸ਼ ਦੀ ਸੇਵਾ ਕੀਤੀ ਆ। ਹੁਣ ਤੱਕ ਕੀ ਆ 750 ਪੈਨਸ਼ਨ ਖਾਤਿਆਂ 'ਚ ਆਉਂਦੀ ਸੀ, ਪਰ ਉਹ ਜਿਹੜਾ 1500 ਰੁਪਏ ਪੈਨਸ਼ਨ ਹੁਣ ਖਾਤਿਆਂ 'ਚ 27 ਲੱਖ ਲੋਕਾਂ ਨੂੰ ਮਿਲਣਾ, ਉਹ ਵੀ ਚੈੱਕ ਰਾਹੀਂ ਕਿਉਂ ਦੇ ਰਿਹਾ? ਕਿਉਂਕਿ ਲੋਕਾਂ ਨੂੰ ਕੀ ਆ ਲੱਤ ਥੱਲੇ ਦੀ ਟਪਾਉਣਾ, ਲੋਕਾਂ ਦੇ ਆਸਾਨ ਕਰਨਾ। ਪਰ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਆਪਦੀ ਜੇਬ 'ਚੋਂ ਦਿੰਦੀ ਆ, ਕੈਪਟਨ ਸਾਹਿਬ ਆਪਦੀ ਕੋਈ ਪ੍ਰਾਪਰਟੀ ਵੇਚ ਕੇ ਦੇ ਰਹੇ ਆ। ਸਾਡਾ ਰੁਪਈਆ ਸਾਡੇ ਤੋਂ ਅਗਰਾਹ ਰੁਪਈਆ ਸਾਨੂੰ ਦੇਣਾ, ਉਹਦੇ ਬਾਅਦ ਸਾਡੇ ਤੇ ਸਾਨ ਜਤਾਇਆ ਜਾਣਾ ਕਿ ਅਸੀਂ 1500 ਪੈਨਸ਼ਨ ਦੇ ਰਹੇ ਆ। ਕਿ ਜਿਹੜੀਆਂ ਦੋ ਸਰਕਾਰਾਂ ਸਾਨੂੰ ਕੀ ਆ ਪਹਿਲਾਂ ਸਾਡੇ ਤੇ ਰਹਿ ਚੁੱਕੀਆਂ ਨੇ, ਜਿਹੜੀ ਉਹ ਚੱਲ ਰਹੀ ਹੈ ਕਿ ਪਹਿਲਾਂ ਰਹੀ ਆ, ਦੋਨੇ ਸੌਕਣਾ ਨੇ। ਸੌਕਣਾ ਕਿਵੇਂ ਨੇ? ਅਸੀਂ ਸਾਰੇ ਜਾਣਦੇ ਕਿ ਦੋਨਾਂ ਦਾ ਖਸਮ ਇੱਕ ਆ ਜਿਹੜਾ ਪੈਸੇ ਕਮਾ ਕੇ ਦਿੰਦਾ। ਕੌਣ ਆ? ਉਹ ਮਨਪ੍ਰੀਤ ਬਾਦਲ ਆ। ਦੋਨਾਂ ਸਰਕਾਰਾਂ 'ਚ ਵਿੱਤ ਮੰਤਰੀ ਇੱਕੋ ਆ, ਦੋਨੇ ਸੌਕਣਾ ਦੀ ਤਰ੍ਹਾਂ ਲੜਦੀਆਂ, ਪਰ ਖਸਮ ਦੋਨਾਂ ਦਾ ਇੱਕ ਆ। ਦੋ 2022 ਦੇ ਵਿੱਚ ਚੋਣਾਂ ਦੇ ਆਉਣ ਤੋਂ ਪਹਿਲਾਂ ਹੀ ਕੋਈ ਸਿਆਸੀ ਪਾਰਟੀਆਂ ਲਗਾਤਾਰ ਫ੍ਰੀ ਕਹਿ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਹੁਣ ਇਹੋ ਜਿਹੀ ਇੱਕ ਖੁਲਾਸਾ ਦੱਸਾਂਗੇ। ਲੋਕ ਅਧਿਕਾਰ ਲਹਿਰ ਦੇ ਰੁਪਿੰਦਰ ਸਿੰਘ ਤੇ ਸਿਮਰਜੀਤ ਸਾਡੇ ਨਾਲ ਨੇ। ਇਹਨਾਂ ਦੇ ਮੁਤਾਬਿਕ ਮੰਨਿਆ ਜਾਵੇ ਕਿ ਜਿਹੜਾ ਬਕਾਇਆ ਪਿਆ ਪੈਨਸ਼ਨਾਂ ਦਾ, ਵਿਧਵਾ ਪੈਨਸ਼ਨ ਹੋ ਗਈ, ਅੰਗਹੀਨ ਤੇ ਬੁਢਾਪਾ ਪੈਨਸ਼ਨ ਹੋ ਗਈ, ਉਹਨਾਂ ਨੂੰ ਲੈ ਕੇ ਸਰਕਾਰ ਨੇ ਕੁਝ ਗੋਲ ਸਕੀਮ ਖੇਡੀ ਹੈ। ਉਹ ਕਿਹੜੀ ਸਕੀਮ ਹੈ ਤੇ ਕਿਵੇਂ ਹੁਣ ਇਹਨਾਂ ਨੂੰ ਪੈਸੇ ਮਿਲਣਗੇ? ਕਿਆ ਇਹ ਵੀ ਜਾ ਰਿਹਾ ਕਿ ਕੁਝ ਬਕਾਇਆ ਵੀ ਪਿਆ ਸੀ ਉਹਨਾਂ ਲੋਕਾਂ ਦਾ, ਪਰ ਉਹਨਾਂ ਲੋਕਾਂ ਨੂੰ ਖਿਆਲ ਹੀ ਨਹੀਂ ਕਿ ਬਕਾਇਆ ਕੀ ਸੀ। ਹੁਣ ਕਿਹਾ ਜਾਂਦਾ ਕਿ ਇਹੀ ਜੋ ਇਹਨਾਂ ਦੇ ਅਕਾਊਂਟ ਵਿੱਚ ਪੈਸੇ ਜਾਂਦੇ ਸਨ ਉਹ ਚੈੱਕ ਰਾਹੀਂ ਇਹਨਾਂ ਲੋਕਾਂ ਨੂੰ ਮਿਲਣਗੇ। 28 ਲੱਖ ਦੇ ਆਸ-ਪਾਸ ਇਹ 3 ਕੈਟਾਗਰੀ ਵਿੱਚ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਸੀ। ਕਿ ਵਾਕਈ ਚੋਣਾਂ ਦੇ ਨੇੜੇ ਆ ਕੇ ਇਹ ਪੈਨਸ਼ਨ ਚੈੱਕ ਦੇ ਰਾਹੀਂ ਦਿੱਤੀ ਜਾਏਗੀ ਔਰ ਬਾਅਦ ਚੋਂ ਸਰਕਾਰ ਦੀ ਵਾਹਵਾਹੀ ਖੱਟੀ ਜਾਏਗੀ ਕਿ ਅਸੀਂ ਤਾਂ ਗਰੀਬਾਂ ਦੇ ਨਾਲ ਖੜੇ ਹਾਂ, ਤੁਹਾਨੂੰ ਪੈਨਸ਼ਨ ਦਿੱਤੀ ਹੈ, ਵੋਟ ਸਾਨੂੰ ਪਾਓ। ਤਾਂ ਸਾਡੇ ਨਾਲ ਰੁਪਿੰਦਰ ਸਿੰਘ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ ਸਨ 2017 ਤੋਂ। ਉਸ ਸਮੇਂ ਚੋਣਾਂ ਹੋਈਆਂ ਸੀ ਹਲਕੇ ਦੇ ਵਿੱਚ, ਕਈ ਜ਼ਿਲ੍ਹਿਆਂ ਨੂੰ ਉਹਦੇ ਵਿੱਚੋਂ ਪੈਨਸ਼ਨ ਮਿਲ ਗਈ ਸੀ। ਉਸ ਸਮੇਂ ਜੇ ਪੈਨਸ਼ਨ ਦੇਤੀ ਸੀ, ਫਿਰ 6-7 ਮਹੀਨੇ ਦਾ ਗੈਪ ਪੈ ਗਿਆ ਸੀ, ਉਹ ਬਕਾਇਆ ਵੀ ਹੈਗਾ ਸੀ। ਰੁਪਿੰਦਰ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ ਸਨ 2017 ਤੋਂ। ਰੁਪਿੰਦਰ ਜੀ, ਮੇਰਾ ਪਹਿਲਾ ਹੀ ਸਵਾਲ ਹੈ ਕਿ ਜਿਸ ਤਰੀਕੇ ਨਾਲ 3 ਕੈਟਾਗਰੀ ਦੀ ਤੁਸੀਂ ਗੱਲਬਾਤ ਕਰ ਰਹੇ ਹੋ, 2017 ਦੇ ਵਿੱਚ ਕਿਵੇਂ ਸ਼ੁਰੂਆਤ ਹੋਈ ਸੀ? ਆਪਾਂ ਨੂੰ ਪਤਾ ਸੀ ਚੋਣਾਂ ਹੈਗੀਆਂ ਸੀ, ਸਾਰਾ ਕਿਵੇਂ ਵੇਰਵਾ ਦਿੱਤਾ ਗਿਆ ਵਾਲਾ? ਉਹ ਜੋ ਤੁਸੀਂ ਚੀਜ਼ ਕੱਢ ਕੇ ਲੈ ਕੇ ਆਏ ਨਵੀਂ, ਇਹ ਵਾਲੀ ਚੈੱਕਾਂ ਦੀ ਵੀ ਚੈੱਕਾਂ ਦੀ ਪੇਮੈਂਟ ਦਿੱਤੀ ਜਾਊਗੀ, ਉਹ ਕੀ ਮਸਲਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਲੋਕ ਅਧਿਕਾਰ ਲਹਿਰ ਵੱਲੋਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੱਲ ਕੀਤੀ ਆ ਬਾਈ ਜੀ ਇੱਕ ਘਪਲੇ ਦੀ। ਮੈਂ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਇੱਕੋ ਗੱਲ ਕਹਿਣਾ ਕਿ ਪੰਜਾਬੀ ਉਹ ਜਿਵੇਂ ਕਹਿੰਦੇ ਹੁੰਦੇ ਨਾ, ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ। ਅਸੀਂ ਸੁੱਤੇ ਹੋਏ ਹਾਂ, ਸੁੱਤੇ ਹੋਏ ਵੀ ਉਹ ਵਰਗ ਆ ਜਿਹੜੇ ਦੀ ਕੋਈ ਬਾਂਹ ਨਹੀਂ ਫੜਦਾ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ, ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਆ ਦਿਵਿਆਂਗ ਸਾਥੀ ਨੇ, ਸਾਡੇ ਅਪਾਹਜ ਭਰਾ ਨੇ, ਉਸ ਤੋਂ ਬਿਨਾਂ ਬੁਢਾਪਾ ਪੈਨਸ਼ਨ ਵਾਲੇ, ਵਿਧਵਾ ਪੈਨਸ਼ਨ ਵਾਲੇ ਜਿਹੜੇ ਹੈਗੇ ਨੇ, ਉਹਨਾਂ ਵੀਰਾਂ ਨੂੰ ਆਈ ਨਹੀਂ ਪਤਾ ਕਿ ਸਾਡੇ 22 ਲੱਖ ਲੋਕਾਂ ਨਾਲ ਦਿਨ ਦਿਹਾੜੇ ਇੱਕ ਡਾਕਾ ਵੱਜਿਆ ਉਹਨਾਂ ਤੇ ਡਾਕਾ ਕਿੰਨਾ, ਉਹ 5250 ਰੁਪਏ ਜੇ ਅਸੀਂ ਸਾਰੇ ਜੋੜ ਦਈਏ ਤਾਂ 700 ਕਰੋੜ ਰੁਪਏ ਦਾ ਡਾਕਾ ਪੰਜਾਬ ਸਰਕਾਰ ਨੇ ਮਾਰਿਆ, ਜਿਹਦੇ ਬਾਰੇ ਲੋਕ ਵੇਖ ਲਿਆ ਤੇ ਲੋਕਾਂ ਨੂੰ ਆਈ ਨਹੀਂ ਪਤਾ ਕਿ ਸਾਡਾ 700 ਕਰੋੜ ਲੁੱਟਿਆ ਗਿਆ, ਜਿਹਦੇ ਬਾਰੇ ਕੋਈ ਸਿਆਸੀ ਪਾਰਟੀ ਆਵਾਜ਼ ਨਹੀਂ ਬੁਲੰਦ ਕਰ ਰਹੀ। ਉਸੇ ਚੀਜ਼ਾਂ ਨੂੰ ਦੇਖ ਕੇ ਹੁਣ ਅਸੀਂ ਕੀ ਆ, ਪੰਜਾਬ ਦੇ ਵਿੱਚ ਇੱਕ ਥਾਲ ਖੜਕਾਓ ਅੰਦੋਲਨ ਕਰਨ ਜਾ ਰਹੇ ਹਾਂ, ਜਿਹੜਾ 15 ਅਗਸਤ ਤੋਂ ਲੈ ਕੇ 25 ਅਗਸਤ ਤੱਕ ਹੋਣਾ। ਉਸ ਤੋਂ ਪਹਿਲਾਂ 10 ਅਗਸਤ ਨੂੰ ਭਗਤ ਸਿੰਘ ਜੀ ਦੀ ਸਮਾਧ ਦੇ ਉੱਤੋਂ ਕੀ ਆ ਉੱਥੋਂ ਚੱਲਣਾਗਾ, ਤੇ ਉੱਥੋਂ ਲੈ ਕੇ ਚੰਡੀਗੜ੍ਹ ਤੱਕ ਇੱਕ ਮਾਰਚ ਹੋਊ ਤਾਂ ਕਿ ਲੋਕਾਂ ਦੇ ਕੀ ਆ ਵਿੱਚ ਇੱਕ ਜਾਗਰਤੀ ਪੈਦਾ ਕੀਤੀ ਜਾ ਸਕੇ। ਹੁਣ ਥਾਲ ਖੜਕਾਓ ਅੰਦੋਲਨ ਦਾ ਮਕਸਦ ਇਹ ਨਹੀਂ ਕਿ ਮੋਦੀ ਵਾਲੀ ਥਾਲੀ ਖੜਕਣੀ ਆ। ਹੁਣ ਜਿਹੜੀ ਥਾਲੀ ਖੜਕਣੀ ਉਹਨੇ ਪੰਜਾਬ ਦੀਆਂ ਸਰਕਾਰ ਦੇ ਕੰਨ ਬੋਲੇ ਕਰਨੇ ਆ। ਕੰਨ ਬੋਲੇ ਕਿਵੇਂ ਹੋਣਗੇ?
ਜਦੋਂ ਇੱਕ ਪਬਲਿਕ ਓਪੀਨੀਅਨ ਕ੍ਰੀਏਟ ਹੋਊ, ਕਿਉਂਕਿ ਸਰਕਾਰਾਂ ਧਰਨਿਆਂ ਤੋਂ ਨਹੀਂ ਡਰਦੀਆਂ। ਅੱਜ ਪੰਜਾਬ ਸਾਰਾ ਧਰਨਿਆਂ ਤੇ ਬੈਠਾ, ਸਾਰੇ ਮੁਲਾਜ਼ਮ ਧਰਨਿਆਂ ਤੇ ਬੈਠੇ ਆ, ਸਾਰੀਆਂ ਜਥੇਬੰਦੀਆਂ ਧਰਨੇ ਤੇ ਬੈਠੀਆਂ। 70 ਸਾਲ ਹੋ ਗਏ ਪੰਜਾਬ ਨੂੰ ਧਰਨੇ ਲਾਉਂਦਿਆਂ ਨੂੰ, ਤੇ ਪੰਜਾਬ ਸਾਡੀਆਂ ਅੱਖਾਂ ਸਾਹਮਣੇ ਉਜੜ ਗਿਆ। ਤਾਂ ਪੰਜਾਬ ਨੂੰ ਅੱਜ ਤਰੀਕਾ ਕਰੋ ਅਪਣਾਉਣੇ ਪੈਣਗੇ ਜਿਹਦੇ ਨਾਲ ਕਿ ਪਬਲਿਕ ਓਪੀਨੀਅਨ ਕ੍ਰੀਏਟ ਹੋਵੇ। ਜਿਵੇਂ ਅੱਜ ਕਿਸਾਨ ਜਥੇਬੰਦੀਆਂ ਸਾਰੇ ਲੋਕਾਂ ਨੇ ਇੱਕ ਪਬਲਿਕ ਓਪੀਨੀਅਨ ਕ੍ਰੀਏਟ ਕਰਕੇ ਸਾਰਿਆਂ ਨੂੰ ਦਿੱਲੀ ਦੇ ਵਿੱਚ ਲੈ ਕੇ ਬੈਠ ਗਈਆਂ ਤੇ ਸੈਂਟਰ ਸਰਕਾਰ ਦੇ ਪੈਰ ਹਿਲਾਤੇ। ਅੱਜ ਕੀ ਆ, ਉਸੇ ਨੇ ਪੰਜਾਬ ਦੇ ਵਿੱਚ ਤਿੰਨਾਂ ਸਿਆਸੀ ਪਾਰਟੀਆਂ ਦੇ ਅੱਜ ਪੈਰ ਨਹੀਂ ਲੱਗ ਰਹੇ ਕਿਸੇ ਦੇ ਵੀ। ਉਹਦਾ ਕਾਰਨ ਇੱਕੋ ਇੱਕ ਹੈ ਕਿ ਚੇਤਨਤਾ ਪੈਦਾ ਹੋਈ ਆ। ਪਰ ਹੁਣ ਪੰਜਾਬ ਦੇ ਮੁੱਦਿਆਂ ਤੇ ਵੀ ਚੇਤਨਤਾ ਪੈਦਾ ਕਰਨੀ ਹੈ, ਕਿਉਂਕਿ 2022 ਆ ਗਿਆ ਤੇ ਜੇ ਅਸੀਂ ਦਿੱਲੀ ਵਾਲੀ ਲੜਾਈ ਲੜਦੇ ਲੜਦੇ ਘਰੇ ਚੋਰ ਵਾੜ ਲਏ ਤਾਂ ਮੇਰੇ ਖਿਆਲ 'ਚ ਕੀ ਆ, ਕਿਸਾਨੀ ਅੰਦੋਲਨ ਦੇ ਵਿੱਚੋਂ ਅਸੀਂ ਕੀ ਆ ਉਹ ਚੀਜ਼ ਨਹੀਂ ਕੱਢ ਪਾਵਾਂਗੇ ਜਿਹੜੀ ਕੱਢਣੀ ਬਣਦੀ ਆ। ਹੁਣ ਮੈਂ ਦੱਸਣਾ ਚਾਹਣਾ ਕਿ 2017 ਦੇ ਵਿੱਚ ਜੁਲਾਈ 2017 'ਚ ਸਰਕਾਰ ਐਲਾਨ ਕਰਦੀ ਆ 750 ਰੁਪਏ ਪੈਨਸ਼ਨ ਦਾ, ਪਰ ਫਿਰ 7 ਮਹੀਨਿਆਂ ਤੱਕ ਪੈਨਸ਼ਨ ਨਹੀਂ ਦਿੱਤੀ ਜਾਂਦੀ। ਉਸ ਤੋਂ ਬਾਅਦ ਬੇਸ਼ਰਮੀ ਦੀ ਹੱਦ ਦੇਖੋ, ਸਰਕਾਰ ਕਰਦੀ ਕੀ ਆ, ਪਠਾਨਕੋਟ ਦੇ ਵਿੱਚ ਇਲੈਕਸ਼ਨ ਹੁੰਦੀ ਆ, MP ਦੀ ਬਾਈ ਇਲੈਕਸ਼ਨ ਹੁੰਦੀ ਆ। ਉਸ ਇਲੈਕਸ਼ਨ ਦੇ ਵਿੱਚ ਸਰਕਾਰ ਵੱਲੋਂ ਚੈੱਕ ਵੰਡੇ ਜਾਂਦੇ ਆ 2 ਮਹੀਨਿਆਂ ਦੀ ਪੈਨਸ਼ਨ ਦੇ। ਕੁਝ ਲੋਕਾਂ ਨੂੰ ਉੱਥੇ ਦਿੱਤੀ ਜਾਂਦੀ ਆ ਜਿਹੜੀ ਬਕਾਇਆ ਪੈਨਸ਼ਨ ਸੀ, 1500 ਦੇ ਚੈੱਕ ਵੰਡੇ ਗਏ। ਤਾਂ ਬਾਕੀ ਪੂਰਾ ਪੰਜਾਬ ਨੂੰ ਕੀ ਆ, ਕਿਸੇ ਨੂੰ ਨਹੀਂ ਦਿੱਤਾ ਕੁਝ ਗਿਆ। ਇਹ ਫੌਜਦਾਰੀ ਮੁਕੱਦਮਾ ਬਣਦਾ ਸਰਕਾਰ ਦੇ ਖਿਲਾਫ। ਕਿਉਂ ਬਣਦਾ? ਕਿਉਂਕਿ ਇੱਕ ਬੰਦੇ ਨੂੰ ਤੁਸੀਂ ਦੇ ਕੇ ਬਾਕੀ ਸਾਰਿਆਂ ਦੇ ਹੱਕ ਨੂੰ ਕੀ ਉਹਨਾਂ ਨੂੰ ਨਿਗੂਣਾ ਕਰ ਰਹੇ ਹੋ, ਉਹਨਾਂ ਨੂੰ ਕੀ ਆ, ਉਹਨਾਂ ਤੋਂ ਵਿਹੂਣਾ ਕਰ ਰਹੇ ਹੋ। ਤਾਂ ਸਰਕਾਰ 'ਚ ਕਟਹਿਰੇ 'ਚ ਖੜੀ ਕਰਨੀ ਬਣਦੀ ਆ। ਅੱਜ 700 ਕਰੋੜ ਰੁਪਈਆ ਕਿੰਨਾ ਕੁ ਹੁੰਦਾ? ਹੁਣ 750 ਨਾਲ ਤਾਂ ਬੰਦੇ ਦਾ ਕਿਸੇ ਦਾ ਘਰ ਨਹੀਂ ਚੱਲਦਾ। ਦਵਾਈਆਂ ਦਾ ਖਰਚ ਵੀ ਇੱਕ ਬੰਦੇ ਦਾ ਪੂਰਾ ਨਹੀਂ ਹੁੰਦਾ ਤੇ 750 ਬੰਦਿਆਂ ਦਾ ਵੀ ਇਹਨਾਂ ਦਾ ਢਿੱਡ ਦੁਖ ਰਿਹਾ। ਅੱਜ ਪੰਜਾਬ ਦੇ ਲੋਕ ਨੇ ਉਹ ਖੰਡ ਤੇ, ਪੱਤੀ ਤੇ, ਨੂਣ ਤੇ, ਤੇਲ ਤੇ, ਸ਼ੈਂਪੂ ਤੇ, ਮਰੇ ਦੇ ਕੱਫਣ ਤੇ ਵੀ ਟੈਕਸ ਦੇ ਰਹੇ ਆ। ਜੰਮਣ ਤੋਂ ਲੈ ਕੇ ਮਰਨ ਤੱਕ ਹਰ ਚੀਜ਼ ਤੇ ਟੈਕਸ ਦਿੰਦੇ ਆ। ਪਰ ਪੰਜਾਬ ਦੇ ਲੋਕ ਕੀ ਆ, ਹੱਕ ਵੀ ਹੁਣੇ ਕਰ ਰੱਖਿਆ, ਨਾ ਕਿਸੇ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ। ਬਣਦੀ ਗੱਲ ਕੀ ਆ ਕਿ 750 ਦੀ ਮਾਮੂਲੀ ਜਿਹੜੀ ਰਕਮ ਆ ਉਹ ਵੀ ਸਰਕਾਰ ਨੇ ਕੀ ਕੀਤੀ, ਬੇਸ਼ਰਮੀ ਨਾਲ ਆਪਣੀਆਂ ਵੋਟਾਂ ਖਰੀਦਣ ਵਾਸਤੇ ਸਰਕਾਰੀ ਰੁਪਈਆ ਵਰਤਿਆ। ਪਠਾਨਕੋਟ ਦੀ ਇਲੈਕਸ਼ਨ 'ਚ 2017 'ਚ ਕੁਝ ਜ਼ਿਲ੍ਹਿਆਂ ਦੇ ਵਿੱਚ ਦਿੱਤਾ ਗਿਆ, ਜਿਵੇਂ ਤੁਸੀਂ ਗੱਲ ਕੀਤੀ ਆ, ਤੇ ਪੂਰੇ ਪੰਜਾਬ ਨੂੰ ਕਿਸੇ ਨੂੰ ਨਹੀਂ ਦਿੱਤਾ ਗਿਆ ਤੇ ਅਜੇ ਤੱਕ ਲੋਕ ਵੇਸਲੇ ਬੈਠੇ ਆ। ਤੁਸੀਂ ਹੁਣ ਜ਼ਿਕਰ ਕਰਦੇ ਹੋ ਕਿ ਸਾਰੇ ਟੈਕਸ ਦਿੱਤਾ ਜਾਂਦਾ, ਪਰ ਹੁਣ ਤਾਂ ਨਵੀਂ ਸਿਆਸੀ ਪਾਰਟੀਆਂ ਦਾਅਵੇ ਕਰਦੀਆਂ ਵੀ ਅਸੀਂ ਮੁਫਤ ਦਾਂਗੇ। ਪਹਿਲਾਂ ਬਿਜਲੀ ਸ਼ੁਰੂ ਹੁੰਦੀ ਹੈ 200 ਯੂਨਿਟ, ਫਿਰ 300, ਫਿਰ 400, ਫਿਰ ਆਟਾ ਦਾਲ ਨਾਲ ਤੁਹਾਨੂੰ ਯਾਦ ਹੋਣਾ ਘਿਓ ਵੀ ਕਹਿ ਦਿੱਤਾ ਗਿਆ ਸੀ। ਮੁਫਤ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਦੂਜੇ ਪਾਸੇ ਤੁਸੀਂ ਟੈਕਸ ਦੀ ਗੱਲ ਕਰ ਰਹੇ ਹੋ, ਕਿ ਲੱਗਦਾ ਇਹੀ ਟੈਕਸ ਦਾ ਪੈਸਾ ਮੁਫਤ ਦੇ ਰੂਪ ਵਿੱਚ ਸਾਨੂੰ ਦਿੱਤਾ ਜਾ ਰਿਹਾ? ਬਾਈ ਜੀ, ਮੈਂ ਕਹਿਣਾ ਕਿ ਮੇਰੀ ਇਧਰਲੀ ਜੇਬ 'ਚ ਹੋਵੇ ਕੋਈ ਪਿਛਲੀ ਜੇਬ 'ਚ ਪਰਸ ਪਾਇਆ ਹੋਇਆ, ਕੱਢ ਕੇ ਜੇ ਮੂਹਰਲੀ ਜੇਬ 'ਚ ਪਾ ਕੇ ਤੁਸੀਂ ਕਹੋ ਕਿ ਮੈਂ ਤੁਹਾਨੂੰ ਦਿੱਤਾ, ਸਰਕਾਰਾਂ ਉਹ ਕੰਮ ਕਰਦੀਆਂ ਨੇ, ਮੇਰਾ ਪਰਸ ਹੀ ਆ। ਤੁਹਾਡੀ ਗੱਲ ਸਹੀ ਆ। ਹੁਣ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ, ਸਾਡੇ ਨਾਲ ਨਰੇਗਾ ਫਰੰਟ ਦੇ ਕੀ ਆ ਆਗੂ ਵੀ ਬੱਗਾ ਸਿੰਘ ਜੀ ਖੜੇ ਆ। ਇਹ ਪੰਜਾਬ 'ਚ ਇੱਕ ਨਰੇਗਾ ਮਜ਼ਦੂਰਾਂ ਦੀ ਵੀ ਲੜਾਈ ਲੜੇ ਆ। ਇਹ ਉਸ ਵਰਗ ਨਾਲ ਸੰਬੰਧਿਤ ਨੇ ਜਿਹੜੇ ਵਰਗ ਦੀ ਤੁਸੀਂ ਗੱਲ ਕਰ ਰਹੇ ਹੋ, ਜਿਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ। ਪਰ ਮੈਂ ਕਹਿਣਾ ਸਭ ਤੋਂ ਵੱਧ ਅੱਜ ਇਹ ਵਰਗ ਜਾਗਿਆ ਹੋਇਆ। ਅੱਜ 300 ਰੁਪਏ ਫ੍ਰੀ ਬਿਜਲੀ ਦਾ ਐਲਾਨ ਕੀਤਾ, ਹੋਰ ਬਥੇਰੇ ਕੀ ਆ ਟੋਟਕੇ ਛੱਡੇ ਜਾ ਰਹੇ ਆ। ਪਰ ਸਭ ਤੋਂ ਵੱਧ ਵਿਰੋਧ ਕਿਹੜਾ ਵਰਗ ਕਰ ਰਿਹਾ? ਮਿਡਲ ਕਲਾਸ ਕਰ ਰਹੀ ਆ, ਮੱਧ ਵਰਗ, ਜਾਂ ਇਹ ਗਰੀਬ ਭਰਾ ਵੀ ਅੱਜ ਕੀ ਆ ਪੰਜਾਬ ਦੇ ਵਿੱਚ ਬੜੀ ਥਾਵਾਂ ਤੋਂ ਵੀਡੀਓ ਵਾਇਰਲ ਕੀਤੀਆਂ ਉਹਨਾਂ ਨੇ। ਲੋਕ ਮੁਫਤਖੋਰੇ ਨਹੀਂ, ਲੋਕ ਭਾਲਦੇ ਅੱਜ ਕੀ ਆ, ਰੁਜ਼ਗਾਰ ਭਾਲਦੇ ਆ, ਆਪਦਾ ਹੱਕ ਮੰਗਦੇ ਆ। ਪੂਰੀ ਦੁਨੀਆ ਦੇ ਵਿੱਚ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਆ। ਅਸੀਂ ਨਹੀਂ ਕਹਿੰਦੇ ਕਿ ਕਿਸੇ ਜਿਹੜਾ ਸਾਬਤ ਸੂਰਤ ਬੰਦਾ ਉਹਨੂੰ ਕੋਈ ਪੈਸੇ ਦੀ ਲੋੜ ਹੈਗੀ, ਉਹਨੂੰ ਰੁਜ਼ਗਾਰ ਦਿਓ। ਪਰ ਜਿਹੜਾ ਕੀ ਆ ਆਸ਼ਰਿਤ ਬੰਦਾ, ਹਰ ਮੁਲਕ ਦੇ ਵਿੱਚ ਪੈਨਸ਼ਨਾਂ ਮਿਲਦੀਆਂ, ਬੁਢਾਪਾ ਪੈਨਸ਼ਨ ਹਰ ਮੁਲਕ 'ਚ ਦਿੱਤੀ ਜਾਂਦੀ ਆ। ਪਰ ਸਾਡੇ ਸ਼ਰਮ ਆਉਣੀ ਚਾਹੀਦੀ ਆ ਕਿ ਬਾਦਲ ਕੀ ਆ, ਬਾਦਲ ਸਾਹਿਬ 5.25 ਲੱਖ ਪੈਨਸ਼ਨ ਲੈਂਦੇ ਆ, ਭੱਠਲ 3.5 ਲੱਖ ਪੈਨਸ਼ਨ ਲੈਂਦੀ ਆ, ਤੇ ਲੈਂਦੇ ਕਾਹਦੀ ਆ? ਸਾਨੂੰ ਮੂਰਖ ਬਣਾਉਣ ਦੀ ਲਈ ਜਾਂਦੇ ਆ। ਤੇ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਰੀ ਉਮਰ ਕੀ ਆ ਦੇਸ਼ ਦੀ ਸੇਵਾ ਕੀਤੀ, ਇੱਕ ਮਜ਼ਦੂਰ ਭਰਾ ਜੀ ਨੇ ਸੜਕ ਬਣਾਈ ਆ, ਜਿਹਨੇ ਕੋਈ ਸਰਕਾਰੀ ਬਿਲਡਿੰਗ ਖੜੀ ਕੀਤੀ ਆ, ਸਾਰੀ ਉਮਰ ਕੀ ਆ ਬੱਠਲ ਢੋਇਆ ਆਪਦੇ ਸਿਰ ਤੇ, ਕਿ ਉਹ ਬੰਦੇ ਨੇ ਦੇਸ਼ ਦੀ ਸੇਵਾ ਨਹੀਂ ਕੀਤੀ? ਇੱਕ DC ਨੇ, ਇੱਕ ਜੱਜ ਨੇ, ਵਿਧਾਇਕ ਨੇ, ਜਿਹੜੇ ਨੇ ਇਸੇ ਕਮਰੇ 'ਚ ਬਹਿ ਕੇ ਆਪਦੀ ਭੂਮਿਕਾ ਨਿਭਾਈ ਆ, ਕਿ ਉਹਨੇ ਇਕੱਲੇ ਨੇ ਦੇਸ਼ ਦੀ ਸੇਵਾ ਕੀਤੀ ਆ। ਪਰ ਉਹਨੂੰ 750 ਦੰਦਿਆਂ ਦਾ ਸਰਕਾਰ ਦਾ ਪੇਟ ਦੁਖ ਰਿਹਾ। ਸਰਕਾਰ ਨੂੰ ਚਾਹੀਦਾ ਕੀ ਆ, ਮੈਂ ਕਹਿੰਦਾ ਸਭ ਦੀ ਪੈਨਸ਼ਨ ਬਰਾਬਰ ਹੋਣੀ ਚਾਹੀਦੀ ਹੈ ਤੇ ਓਨੀ ਹੋਣੀ ਚਾਹੀਦੀ ਹੈ ਜਿੰਨੇ ਨਾਲ ਬੰਦਾ ਕੀ ਆ ਆਪਣਾ ਘੱਟੋ ਘੱਟ ਸਰਵਾਈਵਲ ਮੋਡ ਤੇ ਇਹਦਾ ਖੜ ਸਕੇ। ਹੁਣ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਖਾਤਿਆਂ ਵਿੱਚ ਪੈਸੇ ਜਾਂਦੇ ਸੀ, 3 ਕੈਟਾਗਰੀ ਦੀ ਆਪਾਂ ਗੱਲ ਕਰਦੇ ਹਾਂ, 28 ਲੱਖ ਦੇ ਆਸ-ਪਾਸ ਬੰਦਾ ਤੇ 700 ਕਰੋੜ ਤੁਸੀਂ ਕਹਿ ਰਹੇ ਹੋ ਪਹਿਲਾਂ ਪੈਨਸ਼ਨ ਜਾਂਦੀ ਸੀ ਖਾਤਿਆਂ 'ਚ, ਹੁਣ ਤੁਸੀਂ ਕਹਿ ਰਹੇ ਹੋ ਵੀ ਚੈੱਕ ਰਾਹੀਂ ਹੋਊਗੀ। ਇਹ ਚੀਜ਼ ਤੁਸੀਂ ਕਿੱਥੋਂ ਕੱਢ ਕੇ ਲੈ ਕੇ ਆਓ? ਕਿਹੜੇ ਅਫਸਰ ਨੇ ਤੁਹਾਨੂੰ ਕਹਿ ਦਿੱਤਾ? ਉਹਨੇ ਅਫਸਰ ਦੀ ਗੱਲ ਨਹੀਂ ਜੀ, ਕਿਉਂਕਿ ਡਿਪਾਰਟਮੈਂਟ ਦੇ ਨਾਲ ਚਲੋ ਜੁੜੇ ਹੋਏ ਆ, ਸਾਰੇ ਬੰਦਿਆਂ ਨੂੰ ਪਤਾ ਕਿ ਅਕਸਰ ਕੀ ਆ ਗੱਲਾਂ ਹੁੰਦੀਆਂ ਰਹਿੰਦੀਆਂ ਕਿ ਨਾ ਨਹੀਂ ਮੈਂ ਨਸ਼ਰ ਕਰ ਸਕਦਾ। ਪਰ ਹੁਣ ਕੀ ਆ ਸਰਕਾਰ ਨੇ ਬੜਾ ਕੀ ਆ ਬੇਸ਼ਰਮੀ ਵਾਲਾ ਇੱਕ ਹੋਰ ਪੱਤਾ ਖੇਡ ਰਹੀ ਆ। ਸਰਕਾਰ ਨੇ 1500 ਰੁਪਏ ਪੈਨਸ਼ਨ ਦਾ ਐਲਾਨ ਕੀਤਾ ਤੇ ਉਹਦੇ ਬਾਅਦ ਸਰਕਾਰ ਨੇ ਡਿਪਾਰਟਮੈਂਟ ਨੂੰ ਵੀ ਕੀ ਆ ਕਹਿੰਦੇ ਵਰਬਲੀ ਹੁਕਮ ਜਾਰੀ ਕਰ ਦਿੱਤਾ ਕਿ 27 ਲੱਖ ਚੈੱਕ ਤਿਆਰ ਕਰੋ। ਹੁਣ ਤੱਕ ਕੀ ਆ 750 ਪੈਨਸ਼ਨ ਖਾਤਿਆਂ 'ਚ ਆਉਂਦੀ ਸੀ, ਪਰ ਉਹ ਜਿਹੜਾ 1500 ਰੁਪਏ ਪੈਨਸ਼ਨ ਹੁਣ ਖਾਤਿਆਂ 'ਚ 27 ਲੱਖ ਲੋਕਾਂ ਨੂੰ ਮਿਲਣਾ, ਉਹ ਵੀ ਚੈੱਕ ਰਾਹੀਂ ਕਿਉਂ ਦੇ ਰਿਹਾ? ਕਿਉਂਕਿ ਲੋਕਾਂ ਨੂੰ ਕੀ ਆ ਲੱਤ ਥੱਲੇ ਦੀ ਟਪਾਉਣਾ, ਲੋਕਾਂ ਦੇ ਆਸਾਨ ਕਰਨਾ। ਪਰ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਆਪਦੀ ਜੇਬ 'ਚੋਂ ਦਿੰਦੀ ਆ? ਕੈਪਟਨ ਸਾਹਿਬ ਆਪਦੀ ਕੋਈ ਪ੍ਰਾਪਰਟੀ ਵੇਚ ਕੇ ਦੇ ਰਹੇ ਆ? ਸਾਡਾ ਰੁਪਈਆ ਸਾਡੇ ਤੋਂ ਗਰਾਇਆ ਰੁਪਈਆ ਸਾਨੂੰ ਦੇਣਾ, ਉਹਦੇ ਬਾਅਦ ਸਾਡੇ ਤੇ ਸਾਨ ਜਤਾਇਆ ਜਾਣਾ ਕਿ ਅਸੀਂ 1500 ਪੈਨਸ਼ਨ ਦੇ ਰਹੇ ਹਾਂ। ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਡਿਆਂ ਸਿਰ ਤੇ ਸਾਡੀਆਂ ਹੀ ਜੁੱਤੀਆਂ ਨੇ।
ਇਸ ਕਰਕੇ ਸਾਨੂੰ ਸਮਝ ਆਉਣੀ ਚਾਹੀਦੀ ਹੈ, ਜੇਕਰ ਇਹ ਪੈਨਸ਼ਨ ਦਿੰਦੇ ਆ ਚੈੱਕ ਰਾਹੀਂ ਕੋਈ ਪੰਜਾਬ ਦੇ ਲੋਕ ਡਿਨਾਈ ਕਰਨ ਸਾਡੇ ਖਾਤੇ 'ਚ ਪਾਈ ਜਾਵੇ ਤੇ ਲੋਕਾਂ ਨੂੰ ਬੋਲਣਾ ਪਊਗਾ। ਬੇਸ਼ਰਮੀ ਦੀ ਹੱਦ ਹੁੰਦੀ ਆ, ਤਾਂ ਸਰਕਾਰ ਬੇਸ਼ਰਮੀ ਦੀ ਹੱਦ ਪਾਰ ਕਰ ਚੁੱਕੀ ਆ। ਲੋੜ ਆ ਹੁਣ ਲੋਕਾਂ ਨੂੰ ਜਾਗਣ ਦੀ, ਜਾ ਕੇ ਇੱਕ ਥਾਂ ਇਕੱਠੇ ਹੋਣ ਦੀ ਤੇ ਇਕੱਠੇ ਹੋ ਕੇ 2022 'ਚ ਇਹੋ ਜਿਹਾ ਨਿਜ਼ਾਮ ਸਿਰਜਣ ਦੀ ਜਿਹਦੇ ਨਾਲ ਪੰਜਾਬ ਦੇ ਵਿੱਚ ਅਜਿਹਾ ਬਦਲਾਅ ਆਵੇ ਕਿ ਹਰ ਬੰਦੇ ਦੇ ਹੱਕ ਹਕੂਕ ਮਹਿਫੂਜ਼ ਹੋਣ। ਤੁਸੀਂ ਹੁਣ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਪਤਾ ਸੀ ਪਿਛਲੀ ਜੇਬ 'ਚ ਪਾਇਆ, ਚੁੱਕ ਕੇ ਮੂਹਰੇ ਜੇਬ 'ਚ ਪਾ ਲਈਏ, ਗੱਲ ਤਾਂ ਉੱਥੇ ਆ ਗਈ ਨਾ, ਚੈੱਕ ਰਾਹੀਂ ਪੈਨਸ਼ਨ ਮਿਲੇ ਚਾਹੇ ਅਕਾਊਂਟ ਵਿੱਚ ਆਵੇ, ਫਿਰ ਫਰਕ ਕੀ ਪਊਗਾ ਕਿ ਲੋਕਾਂ ਦੇ ਦਿਮਾਗ ਵਿੱਚ ਚਲਾ ਜਾਊਗਾ ਇਹ ਲਾ ਵੀ ਠੀਕ ਹੈ ਕਿ ਚੋਣਾਂ ਹੈਗੀਆਂ ਤਾਂ 1500 ਦਿੱਤਾ, ਕਿ ਸਰਕਾਰ ਨੂੰ ਪਤਾ ਹੈ ਜੇ ਚੈੱਕ ਰਾਹੀਂ ਪੈਸੇ ਦਾਂਗੇ ਸ਼ਾਇਦ ਹੋ ਸਕਦਾ ਉਸ ਚੀਜ਼ ਨੂੰ ਬੜੇ ਵੱਡੇ ਪੱਧਰ ਉੱਤੇ ਅਖਬਾਰਾਂ ਰਾਹੀਂ ਮੀਡੀਆ ਰਾਹੀਂ ਵੀ ਇਹ ਚਰਚਾ ਦਾ ਵਿਸ਼ਾ ਬਣਾ ਦੇਣ ਕਿ ਅਸੀਂ ਤਾਂ ਗਰੀਬ ਲੋਕਾਂ ਦੇ ਨਾਲ ਖੜੇ ਆ। ਬਾਈ ਜੀ ਕਿੰਨਾ ਬਣਾ ਲੈਣ, ਮੈਂ ਕਹਿੰਦਾ ਪੰਜਾਬ ਦੇ ਲੋਕ ਜਾਗ ਚੁੱਕੇ ਆ, ਲੋਕ ਸਾਰੀ ਗੱਲ ਸਮਝਦੇ। ਅੱਜ ਤੁਸੀਂ ਇੱਕ ਮਜ਼ਦੂਰ ਭਰਾ ਨੂੰ ਵੀ ਪੁੱਛੋਗੇ ਉਹ ਵੀ ਕੀ ਹੈ ਗੱਲ ਕਹਿੰਦਾ ਕਿ ਮੈਂ 300 ਰੁਪਇਆ ਜੇ ਦਿਹਾੜੀ ਕਮਾਉਣਾ 125 ਰੁਪਇਆ ਟੈਕਸ ਪੇ ਕਰਦਾ, ਉਹਦੇ 'ਚ ਮੈਨੂੰ ਦਿੱਤਾ ਕੱਲਾ ਆਟਾ ਦਾਲ ਜਾਂਦਾ ਜਾਂ ਕੱਲੀ ਪੈਨਸ਼ਨ ਮਿਲਦੀ ਆ, ਕਿੰਨਾ ਕੁ ਮਿਲਦਾ ਉਹ ਅਸੀਂ ਸਾਰੇ ਜਾਣਦੇ ਆ। ਲੋਕ ਹੁਣ ਸੁੱਤੇ ਨਹੀਂ ਹੈਗੇ, ਲੋਕ ਜਾਗ ਚੁੱਕੇ ਆ। ਸਿਰਫ ਅੱਜ ਪੰਜਾਬ 'ਚ ਇੱਕੋ ਚੀਜ਼ ਦੀ ਲੋੜ ਸੀ ਕਿ ਕੋਈ ਫਰੰਟ ਦੇਖ ਰਹੇ ਸੀ ਲੋਕ, ਤੇ ਉਹ ਫਰੰਟ ਜਿਹੜਾ ਲੋਕ ਦੇ ਘਰ ਲਹਿਰ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੀ ਆ। ਤੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਲੋਕਾਂ ਦੇ ਵਿੱਚ ਜਿਹੜੀ ਇਹ ਮਗੇ ਲਾਚਾਰੀ ਪੈਦਾ ਕੀਤੀ ਗਈ ਸੀ, ਲੋਕਾਂ ਨੂੰ ਮੰਗ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੋਕ ਹੁਣ ਖੁਦ ਵਿਰੋਧ ਕਰਨਗੇ। ਤੇ ਸਿਰਫ ਉਹਨਾਂ ਲੋਕਾਂ ਨੂੰ ਜਿਹੜੇ ਲੋੜਵੰਦ ਆ, ਮੈਂ ਕਹਿੰਦਾ ਪੰਜਾਬ 'ਚ ਹਜੇ ਵੀ ਬਾਈ ਜੀ ਘੱਟੋ ਘੱਟ 5-6 ਲੱਖ ਬੰਦੇ ਉਹ ਆ ਜਿਹੜੇ ਲੋੜਵੰਦ ਨੇ, ਜਿਨ੍ਹਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ। ਤੇ ਉਹ ਲੋਕ ਜਿਹੜੇ ਕੀ ਆ ਸਾਬਤ ਸੂਰਤ ਨੇ, ਚੰਗੇ ਘਰ ਨੇ। ਮੈਂ ਕਹਿੰਦਾ ਨਰੇਗਾ ਦੀ ਦਿਹਾੜੀ, ਬਾਈ ਜੀ ਨਾਲ ਖੜਿਆ, ਬਾਈ ਜੀ ਵੀ ਇਸ ਗੱਲ ਦੇ ਹਮਾਇਤੀ ਹੋਣਗੇ ਬਾਈ ਜੀ, ਕਿ ਪਿੰਡਾਂ ਦੇ ਵਿੱਚ ਜਿਹੜੀ ਨਰੇਗਾ ਦੀ ਦਿਹਾੜੀ ਆ ਉਹ ਜ਼ਿਆਦਾਤਰ ਸਰਪੰਚ ਮੈਂ ਕਹਿੰਦਾ ਆਪਣੇ ਨੇੜਲੇ ਜਿਹੜੇ ਬੰਦੇ ਉਹਨਾਂ ਦੀਆਂ ਕੀ ਆ ਡਮੀ ਦਿਹਾੜੀਆਂ ਪਾਈਆਂ ਜਾ ਰਹੀਆਂ ਨੇ। ਉਹਦੇ ਬਾਰੇ ਮੈਂ ਬਾਈ ਜੀ ਨੂੰ ਵੀ ਗੱਲ ਕਰਦਾ, ਬੇਨਤੀ ਕਰਦਾ ਕਿ ਦੱਸਣ ਕਿ ਨਰੇਗਾ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਸਿਸਟਮ ਲੁੱਟਿਆ ਜਾ ਰਿਹਾ। ਅਸੀਂ ਲੋਕ ਅਧਿਕਾਰ ਦੇ ਲਹਿਰ ਦੇ ਨਾਲ ਜੁੜ ਕੇ ਮਨਰੇਗਾ ਦਾ ਕੰਮ ਕਰ ਰਹੇ ਹਾਂ ਕਾਫੀ ਦਿਨ ਤੋਂ। ਤਾਂ ਜਿਹੜਾ ਸਰਪੰਚ ਆ ਉਹ ਆਲਰੇਡੀ ਕਾਗਜ਼ਾਂ ਦੇ ਵਿੱਚ ਹੀ ਮਸਟਾਲ ਕਢਾ ਲੈਂਦਾ, 2-4 ਬੰਦੇ 5 ਲਾਏ ਹੁੰਦੇ ਨੇ ਤੇ 50 ਬੰਦਿਆਂ ਦਾ ਮਸਟਾਲ ਦੇ ਵਿੱਚ ਹਾਜ਼ਰੀਆਂ ਲਾਉਂਦਾ ਹੈ। ਤਾਂ ਉਹ ਪੈਸਾ ਜਿਹੜਾ ਹੈਗਾ ਬਾਅਦ 'ਚ ਖਾਤਿਆਂ 'ਚ ਕਿਸੇ ਹੋਰ 'ਚ ਪਾ ਕੇ ਕਢਾ ਕੇ ਤੇ ਆਪ ਹੀ ਵਰਤ ਲੈਂਦੇ ਆ। ਔਰ ਸਰਪੰਚ, ਸੈਕਟਰੀ, BDO, MLA ਸਾਰੇ ਮਿਲ ਕੇ ਉਹ ਪੈਸੇ ਨੂੰ ਖਾ ਰਹੇ ਨੇ ਤੇ ਕਿਸੇ ਮਜ਼ਦੂਰ ਨੂੰ ਪੈਸਾ ਨਹੀਂ ਮਿਲ ਰਿਹਾ। ਅਸੀਂ ਉਹਦੇ ਲਈ 2-3 ਰਿਟਾਂ ਵੀ ਪਾਈਆਂ ਹੋਈਆਂ ਮਾਨਯੋਗ ਹਾਈ ਕੋਰਟ ਦੇ ਵਿੱਚ। ਤਾਂ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਬੰਦਾ ਬਹੁਤ ਉਛਲ ਰਿਹਾ ਹੈ ਪੋਲੀਟੀਕਲ ਨੂੰ, ਤੇ ਉਹਨਾਂ ਨੇ ਸਾਡੇ ਤੇ ਬਹੁਤ ਸਾਰੇ ਪਰਚੇ ਵੀ ਕੀਤੇ। ਔਰ ਪਤਾ ਨਹੀਂ ਹੈ ਕਿਹੜੇ ਵੇਲੇ ਪੁਲਿਸ ਲੈ ਜਾਂਦੀ ਹੈ, ਕਿਹੜੇ ਵੇਲੇ ਪੁਲਿਸ ਤੋਂ ਲੋਕ ਜਿਹੜੇ ਹੈਗੇ ਆ ਜਾਮ ਲਾ ਕੇ ਛਡਾਉਂਦੇ ਨੇ। ਤਾਂ ਇਹੋ ਜਿਹੇ ਹਾਲਾਤ ਬਣੇ ਖੜੇ, ਬਹੁਤ ਭ੍ਰਿਸ਼ਟਾਚਾਰੀ ਅਫਸਰ ਨੇ ਔਰ ਬਹੁਤ ਭ੍ਰਿਸ਼ਟਾਚਾਰੀ ਜਿਹੜਾ ਪੋਲੀਟੀਕਲ ਆ। ਔਰ ਜਿਹੜੀ ਮਜ਼ਦੂਰੀ ਮਜ਼ਦੂਰ ਨੂੰ ਕਿਤੇ ਵੀ ਨਹੀਂ ਮਿਲ ਰਹੀ। ਜੇ ਪੱਠਿਆਂ 'ਤੇ ਗੱਲ ਕਰੀਏ ਉੱਥੇ ਵੀ ਨਹੀਂ ਮਿਲ ਰਹੀ, ਜੇ ਮਨਰੇਗਾ 'ਚ ਗੱਲ ਕਰੀਏ ਉੱਥੇ ਵੀ ਨਹੀਂ ਮਿਲ ਰਹੀ। ਜੇ ਅਸੀਂ ਹੁਣ ਗੱਲ ਕਰੀਏ ਵੀ ਕਿਸਾਨ ਸਾਨੂੰ ਲੈ ਕੇ ਤੁਰੇ ਸੀਗੇ ਵੀ ਮਜ਼ਦੂਰ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ, ਤੇ ਐਤਕੀ ਝੋਨਿਆਂ 'ਤੇ ਲੈ ਕੇ ਵੀ ਸਾਡੇ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਹੀਂ ਮਿਲੀ। ਔਰ ਚਾਹੀਦਾ ਸਾਨੂੰ ਮਜ਼ਦੂਰੀ ਪੂਰੀ ਮਿਲਣੀ ਤੇ ਲੋਕਾਂ ਦਾ ਰੁਜ਼ਗਾਰ ਬਣ ਜਾਵੇ ਤੇ ਜਿਹਦੇ ਵਿੱਚ ਲੋਕੀ ਰੋਜੀ ਰੋਟੀ ਖਾ ਸਕਣ ਤੇ ਜਿਹੜੇ ਨਸ਼ੇਖੋਰੀ ਬੰਦ ਹੋ ਸਕਣ ਤੇ ਲੁੱਟਾਂ ਬੰਦ ਹੋ ਸਕਣ। ਭਾਈ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪੈਨਸ਼ਨ ਲੈ ਕੇ, ਦੂਸਰੇ ਪਾਸੇ ਹੁਣ ਪਤਾ ਵੀ ਇਲੈਕਸ਼ਨ ਹੈਗੇ ਨੇ, ਚੋਣਾਂ ਹੈਗੀਆਂ ਨੇ, ਲੱਗਦਾ ਵੀ ਹੁਣ ਕੰਪੀਟੀਸ਼ਨ ਚੱਲਿਆ ਹੋਇਆ ਸਿਆਸੀ ਪਾਰਟੀਆਂ ਵਿੱਚ ਵੀ ਕਿਹੜਾ ਸਭ ਤੋਂ ਜ਼ਿਆਦਾ ਚੀਜ਼ ਪੰਜਾਬ ਦੇ ਲੋਕਾਂ ਨੂੰ ਮੁਫਤ ਦਊਗਾ ਔਰ ਕਿਹੜਾ ਵੋਟਰ ਨੂੰ ਲੁਭਾ ਲੂਗਾ। ਮੁਫਤ ਕਹਿ ਕੇ, ਜਿਵੇਂ ਮੈਂ ਪਹਿਲਾਂ ਵੀ ਕਈਆਂ ਦਾ ਇੰਟਰੋ ਕਰਨਾ ਬੁੱਧੀਜੀਵੀ ਤੇ, ਕਹਿੰਦੇ ਤੁਹਾਡਾ ਹੀ ਪੈਸਾ ਤੁਹਾਨੂੰ ਹੀ ਦਿੱਤਾ ਜਾ ਰਿਹਾ, ਚਾਹੇ ਇਸ ਪਾਸੋਂ ਆ ਕੇ ਪੈਸੇ ਦੇਣ ਚਾਹੇ ਪਿਛਲੇ ਦਰਵਾਜ਼ੇ ਜਾ ਕੇ ਪੈਸੇ ਦੇਣ। ਮੈਂ ਬਿਲਕੁਲ ਕਹਿਣਾ ਚਾਹੁੰਦਾ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਨਾਲ ਇੱਕ ਗੱਲ ਕਰਨੀ ਚਾਹੁੰਦਾ, ਪੰਜਾਬੀਓ, ਕਿ ਜਿਹੜੀਆਂ 2 ਸਰਕਾਰਾਂ ਸਾਨੂੰ ਕੀ ਆ ਪਹਿਲਾਂ ਸਾਡੇ ਤੇ ਰਹਿ ਚੁੱਕੀਆਂ ਨੇ, ਜਿਹੜੀ ਉਹ ਚੱਲ ਰਹੀ ਹੈ ਕਿ ਪਹਿਲਾਂ ਰਹੀ ਆ, ਦੋਨੇ ਸੌਕਣਾ ਨੇ। ਸੌਕਣਾ ਕਿਵੇਂ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਦੋਨਾਂ ਦਾ ਖਸਮ ਇੱਕ ਆ ਜਿਹੜਾ ਪੈਸੇ ਕਮਾ ਕੇ ਦਿੰਦਾ। ਕੌਣ ਆ? ਉਹ ਮਨਪ੍ਰੀਤ ਬਾਦਲ ਆ। ਦੋਨਾਂ ਸਰਕਾਰਾਂ 'ਚ ਵਿੱਤ ਮੰਤਰੀ ਇੱਕੋ ਆ, ਦੋਨੇ ਸੌਕਣਾ ਦੀ ਤਰ੍ਹਾਂ ਲੜਦੀਆਂ, ਪਰ ਖਸਮ ਦੋਨਾਂ ਦਾ ਇੱਕ ਆ। ਤਾਂ ਇਹ ਗੱਲ ਲੋਕ ਸਮਝਦੇ ਆ। ਜਿਹੜੀ ਤੁਸੀਂ ਗੱਲ ਕੀਤੀ ਕਿ ਮੁਫਤ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਹੂਲਤਾਂ ਜਿਹੜੀਆਂ ਕੀ ਆ ਲੋਕ ਜਾਣਦੇ ਆ, ਇਹ ਗੱਲ ਵੈਸੇ ਦੱਸਣ ਦੀ ਲੋੜ ਨਹੀਂ, ਪਰ ਮੈਂ ਇੱਕੋ ਬੇਨਤੀ ਕਰਦਾ ਕਿ ਜਿਹੜਾ ਕੁਝ ਦਿੰਦੇ ਆ ਉਹ ਕੀ ਆ ਖਾਤਿਆਂ 'ਚ ਲੈਣਾ। ਇਹ ਤੁਹਾਡਾ ਹੱਕ ਨਹੀਂ ਦੱਬ ਸਕਦੇ। ਜੇਕਰ ਚੈੱਕ ਵਾਸਤੇ ਤੁਹਾਨੂੰ ਜਲੀਲ ਕਰਕੇ ਸਾਦੇ ਆ, ਸਿਰਫ ਕੀ ਆ ਆਪਣਾ ਧੌਂਸ ਜਮਾਉਣ ਵਾਸਤੇ ਤੇ ਆਪਣਾ ਸਾਣ ਜਿਤਾਉਣ ਵਾਸਤੇ, ਉਹਦੇ ਵਾਸਤੇ ਇਕੱਠੇ ਨਾ ਹੋਇਓ। ਤੇ ਇੱਕੋ ਬੇਨਤੀ ਕਰਦਾ ਕਿ ਥਾਲ ਖੜਕਾਓ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਭਰਾ ਸ਼ਾਮਲ ਹੋਇਓ। ਤੁਹਾਡੇ ਚੈਨਲ ਥਰੂ ਤੇ ਤੁਹਾਨੂੰ ਵੀ ਬੇਨਤੀ ਕਰਦਾ ਤੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਪਣੀਆਂ ਤਸਵੀਰਾਂ ਕਰਕੇ ਪਿੰਡ ਦੇ ਵਿੱਚ, ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਕਰਕੇ ਕਿ ਜਿਹੜੇ ਭਰਾ ਨੇ 5250 ਰੁਪਇਆ ਬਕਾਇਆ ਖੜਾ ਸਰਕਾਰ ਕੰਨੀ ਆਪਦਾ ਲੈਣਾ ਤਾਂ ਗੁਰੂ ਘਰ ਆ ਜਾਓ, ਉੱਥੇ ਖੜ ਕੇ ਥਾਲ ਖੜਕਾ ਕੇ ਇੱਕ ਤਸਵੀਰ ਭੇਜ ਦਿਓ ਸਾਨੂੰ 7696500839404041 ਤੇ 42 ਇਹ 4 ਨੰਬਰਾਂ ਤੇ ਇੱਕ ਫੋਟੋ ਭੇਜਿਓ ਤਾਂ ਕਿ ਪਬਲਿਕ ਓਪੀਨੀਅਨ ਪੰਜਾਬ ਦੀ ਸਰਕਾਰ ਨੂੰ ਹਿਲਾ ਸਕੇ। ਉਹ ਤਸਵੀਰਾਂ ਤੁਹਾਡੀਆਂ ਆਈਆਂ ਸੀ CM ਹਾਊਸ 'ਚ ਵੀ ਦੇ ਕੇ ਆਵਾਂਗੇ ਤੇ ਸੋਸ਼ਲ ਮੀਡੀਆ ਤੇ ਵੀ ਰੱਖਾਂਗੇ। ਤੁਹਾਨੂੰ ਇੱਕੋ ਬੇਨਤੀ ਕਰਦਾ, ਆਪਦੇ ਹੱਕਾਂ ਦੀ ਲੜਾਈ, ਹੁਣ ਕੋਈ ਘੋੜੇ ਵਾਲਾ ਰਾਜਕੁਮਾਰ ਨਹੀਂ ਉਹਦਾ ਬਾਹਰੋਂ ਸਾਡਾ ਖੇੜਾ ਛਡਾਉਣ। ਸਾਨੂੰ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਆਪ ਇਕੱਠੇ ਹੋ ਕੇ ਲੜਨਾ ਪੈਣਾ। ਸਾਨੂੰ ਕਿਸੇ ਸਿਆਸੀ ਬੰਦੇ ਤੇ
ਸਿਆਸੀ ਪਾਰਟੀ ਤੇ ਆਸ ਨਹੀਂ, ਪਰ ਪੰਜਾਬ ਦੇ ਲੋਕ ਜਾਗੇ ਹੋਏ ਆ। ਪਰ ਜਾਗਣ ਦਾ ਫਾਇਦਾ ਤਾਂ ਜੇ ਅਸੀਂ ਉਹਦਾ ਫਾਇਦਾ ਲੈ ਸਕੀਏ। ਅੱਜ ਜਿੰਨਾ ਕਿਸਾਨੀ ਅੰਦੋਲਨ 'ਚ ਅਸੀਂ ਇਨਵੈਸਟ ਕਰ ਚੁੱਕੇ ਆ, ਸਾਡੀਆਂ ਜ਼ਿੰਦਗੀਆਂ ਲੱਗ ਗਈਆਂ ਉੱਥੇ ਦਾ ਤੇ ਕਿੰਨੇ ਭਰਾ ਕੀ ਆ ਮੌਤ ਦੇ ਮੂੰਹ ਜਾ ਚੁੱਕੇ ਆ ਜਿਹਦਾ ਕੋਈ ਮੁੱਲ ਨਹੀਂ ਹੁੰਦਾ। ਤਾਂ ਉਹ ਸਾਰਾ ਕੁਝ ਲਾ ਕੇ ਜੇ ਅਸੀਂ ਚੰਗਾ ਮਾਹੌਲ ਤੇ ਚੰਗਾ ਨਿਜ਼ਾਮ ਨਾ ਸਿਰਜ ਸਕੇ ਤਾਂ ਸਾਡੇ ਵਾਸਤੇ ਲਾਹਣਤ ਹੋਊ। ਤੇ ਜਿਹੜੇ ਭਰਾ ਪੰਜਾਬ 'ਚ ਜਾਗੇ ਹੋਏ ਆ ਤੇ ਸਿਰਫ ਵੇਟ ਕਰ ਰਹੇ ਆ ਕਿ ਕੋਈ ਕਰ ਦੂਗਾ, ਅਸੀਂ ਕੀ ਸੋਚਦੇ ਆ ਕਿ ਕੋਈ ਹੋਰ ਕਰੂਗਾ। ਅਸੀਂ ਇਕੱਲੇ ਦੀ ਤਾਕਤ ਨੂੰ ਪਛਾਣੀਏ। ਬਾਬਾ ਨਾਨਕ ਜੀ ਸਾਡੇ ਇਕੱਲੇ ਘਰੋਂ ਨਿਕਲੇ ਸੀ, ਅੱਧੀ ਦੁਨੀਆ ਜਗਾ ਕੇ ਗਏ ਆ। ਇਸ ਕਰਕੇ ਮੈਂ ਪੰਜਾਬੀਓ ਬੇਨਤੀ ਕਰਦਾ ਕਿ ਆਪਦੇ ਆਪ ਤੇ ਯਕੀਨ ਕਰਕੇ ਆਪਣੇ ਆਪਣੇ ਪਿੰਡ ਦੀ ਇੱਕ ਤਸਵੀਰ ਕਰਕੇ ਭੇਜ ਦਿਓ ਜੇ ਸਾਡਾ ਸਾਥ ਦੇਣਾ ਚਾਹੁੰਦੇ ਹੋ। ਤੁਹਾਡਾ ਆਸ ਕੀ ਆ, ਸਾਥ ਦੀ ਆਸ ਦੇ ਵਿੱਚ ਲੋਕ ਅਧਿਕਾਰ ਲਹਿਰ ਤੁਹਾਡੇ ਸੁਨੇਹੇ ਦੀ ਉਡੀਕ ਵੀ ਕਰੂਗੀ ਤੇ ਆਪਦੇ ਪਿੰਡ ਵੀ ਬੁਲਾ ਸਕਦੇ ਹੋ ਇਸ ਜਾਗਰਤੀ ਪ੍ਰੋਗਰਾਮ ਦਾ ਸੁਨੇਹਾ ਦੇਣ ਵਾਸਤੇ। ਮੇਰਾ ਇੱਕ ਆਖਰੀ ਸਵਾਲ ਹੈ ਕਿ ਵਾਕਈ ਸਰਕਾਰ ਇਦਾਂ ਕਰ ਸਕਦੀ ਹੈ ਜੇ ਉਹਨਾਂ ਦੇ ਅਕਾਊਂਟ 'ਚ ਪੈਸੇ ਨਹੀਂ ਪਏ ਨੇ ਕਿ ਚੈੱਕ ਰਾਹੀਂ ਇਹ ਚੀਜ਼ ਦੇ ਸਕਦੀ ਹੈ? ਜੇ ਤੁਸੀਂ ਕਹਿੰਦੇ ਵੀ ਅਫਸਰ ਦਾ ਨਾਮ ਨਹੀਂ ਲੈਣਾ, ਤੁਹਾਨੂੰ ਅਫਸਰ ਨੇ ਗੱਲ ਕਹੀ ਹੈ ਵੀ ਗੈਰ ਕਾਨੂੰਨੀ ਹੋ ਨਹੀਂ ਸਕਦਾ, ਸਰਕਾਰ ਖਾਤੇ ਵਿੱਚ ਹੀ ਪੈਸੇ ਪਾ ਸਕਦੀ ਹੈ। ਗੈਰ ਸਰਕਾਰੀ ਤਾਂ ਦੇਖੋ ਜੀ, ਗੈਰ ਸਰਕਾਰੀ ਸਰਕਾਰੀ ਅੱਜ ਪੁੱਛਦਾ ਕੌਣ ਹੈ? ਅਸੀਂ ਗੱਲ ਕਰਦੇ ਹਾਂ ਸਿਸਟਮ ਦੀ, ਸਿਸਟਮ ਨੂੰ ਚਲਾਉਣ ਵਾਲੀ ਸਰਕਾਰ ਆ, ਸਰਕਾਰ ਨੇ ਫੈਸਲੇ ਲੈਣੇ ਆ। ਪਰ ਮੈਂ ਕਹਿੰਦਾ ਵੀ ਟੈਕਨੀਕਲ ਹਿੱਚ ਜਦੋਂ ਕੋਈ ਨਹੀਂ ਹੈਗੀ ਤਾਂ ਉਹ ਦਿੱਤਾ ਕਿਉਂ ਜਾ ਰਿਹਾ? ਪਰ ਮੈਂ ਕਹਿੰਦਾ ਵੀ ਦੇਖੋ ਵੰਡ ਸਕਦੀ ਹੈ, ਚੈੱਕ ਰਾਹੀਂ ਵੀ ਵੰਡ ਸਕਦੀ ਹੈ, ਪਰ ਸੰਵਿਧਾਨਕ ਅਹੁਦਾ ਵੰਡੇ। MLA ਵੀ ਵੰਡ ਸਕਦਾ, ਪਰ ਮੈਂ ਕਹਿੰਦਾ ਹਲਕਾ ਇੰਚਾਰਜ ਵੰਡਣਗੇ ਜਿਹੜੇ ਹਰੇ ਹੋਏ ਲੋਕ ਨੇ, ਉਹਨਾਂ ਲੋਕਾਂ ਤੋਂ ਚੈੱਕ ਵੰਡਾਏ ਜਾਣਗੇ ਜਿਹੜੇ ਲੋਕਾਂ ਨੇ ਨਕਾਰੇ ਹੋਏ ਲੋਕ ਨੇ। ਤਾਂ ਪੰਜਾਬੀਓ ਮੈਂ ਇੱਕ ਬੇਨਤੀ ਕਰਦਾ ਕਿ ਜੇ ਲੈਣਾ ਤਾਂ ਸੰਵਿਧਾਨਕ ਅਹੁਦੇ ਤੋਂ ਚੈੱਕ ਤਾਂ ਫੜ ਲਿਓ, ਪਰ ਨਕਾਰੇ ਹੋਏ ਲੋਕਾਂ ਤੋਂ ਹੱਥੀਂ ਚੈੱਕ ਨਾ ਫੜਿਓ। ਉਹ ਹਲਕਾ ਇੰਚਾਰਜ ਜਿਹੜੇ ਅੱਜ ਪੰਜਾਬ 'ਚ MLA ਦੀ ਫੀਲਿੰਗ ਲੈਂਦੇ ਫਿਰਦੇ ਆ ਤੇ ਇੱਕ ਹਲਕਾ ਇੰਚਾਰਜ ਦੇ ਨਾਲ 20 ਗਨਮੈਨ ਜਿਹੜਾ ਹਰਿਆ ਹੋਇਆ ਬੰਦਾ, ਨਕਾਰਿਆ ਹੋਇਆ ਬੰਦਾ, ਤੇ ਸਾਡੇ ਸਿਰ ਤੇ 20 ਬੰਦਿਆਂ ਦੀ ਤਨਖਾਹ ਦਾ ਖਰਚ ਲਾਈਏ, ਕਾਹਦੀ ਦਿੰਨੇ ਆ ਅਸੀਂ? ਤਾਂ ਉਸੇ ਵਾਸਤੇ ਮੈਂ ਬੇਨਤੀ ਕਰਦਾ, ਤੁਸੀਂ ਗੱਲ ਕੀਤੀ ਹੈ ਕਿ ਸੰਵਿਧਾਨਕ ਅਹੁਦੇ ਬਾਈ ਜੀ ਦੇ ਸਕਦੇ ਆ, ਸਰਕਾਰ ਵੰਡਾ ਸਕਦੀ ਹੈ ਇੰਪਰੈਸ਼ਨ ਪਾਉਣ ਨੂੰ। ਮੈਂ ਕਹਿੰਦਾ ਉਹਨਾਂ ਤੋਂ ਕੀ ਆ ਦੇਣਗੇ ਵੀ ਤੁਹਾਨੂੰ, ਪਰ ਤੁਸੀਂ ਜੇਕਰ ਲੋਕ ਡਿਮਾਂਡ ਕਰਨਗੇ ਇਹ ਚੀਜ਼ ਦੀ ਤਾਂ ਉਹਨਾਂ ਦੀ ਮਾਂ ਸਾਰੇ ਨਹੀਂ। ਤੇ ਮੈਂ ਕਹਿੰਦਾ ਕਿ ਪਬਲਿਕ ਓਪੀਨੀਅਨ ਕ੍ਰੀਏਟ ਹੋਈ ਤਾਂ ਸਰਕਾਰ ਮੈਂ ਕਿ ਹਿਮਾਕਤ ਨਹੀਂ ਕਰੂਗੀ ਚੈੱਕ ਰਾਹੀਂ ਪੈਸੇ ਵੰਡਣ ਦੀ, ਖਾਤਿਆਂ 'ਚ ਆਉਣਗੇ। ਤੇ ਸਨਮਾਨਿਤ ਜ਼ਿੰਦਗੀ ਦਾ ਸਾਡਾ ਵਾਅਦਾ ਸੰਵਿਧਾਨ ਦਾ ਤੇ ਸਰਕਾਰ ਦਾ, ਉਹ ਸਾਡਾ ਹੱਕ ਆ, ਉਹ ਅਸੀਂ ਲਵਾਂਗੇ। ਤੇ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਰੁਪਿੰਦਰ ਸਿੰਘ, ਲੋਕ ਅਧਿਕਾਰ ਲਹਿਰ ਜੋ ਪਾਰਟੀ ਇਹਨਾਂ ਦੀ। ਤੇ ਦੂਸਰੇ ਪਾਸੇ ਚੈੱਕ ਰਾਹੀਂ ਗੱਲ ਕੀਤੀ ਜਾ ਰਹੀ ਹੈ। ਜੋ 3 ਕੈਟਾਗਰੀ ਦੇ ਵਿੱਚ ਪੈਨਸ਼ਨਾਂ ਮਿਲਦੀਆਂ ਸਨ ਉਹ ਅਕਾਊਂਟ ਵਿੱਚ ਆਉਂਦੀਆਂ ਸਨ। ਜਿਵੇਂ ਕਹਿ ਦਿੰਦੇ ਕਿ ਇੱਕ ਅਫਸਰ ਨੇ ਗੱਲ ਦੱਸੀ ਹੈ ਕਿ ਹੁਣ ਉਹਨਾਂ ਦੇ ਚੈੱਕ ਬਣਦੇ ਨੇ, 27 ਲੱਖ ਪਰਿਵਾਰ ਦੇ ਚੈੱਕ ਬਣਦੇ ਨੇ, 700 ਕਰੋੜ ਦੇ ਆਸ-ਪਾਸ ਰਾਸ਼ੀ ਹੈਗੀ ਹੈ ਜਿਨ੍ਹਾਂ ਨੂੰ ਚੈੱਕਾਂ ਰਾਹੀਂ ਦਿੱਤੀ ਜਾਣਗੀਆਂ। ਅੱਗੇ ਚੋਣਾਂ ਆਉਂਦੀਆਂ ਪਈਆਂ ਨੇ ਕਿ ਚੋਣਾਂ ਦੇ ਵਿੱਚ ਇੱਕ ਲੁਭਾਉਣ ਵਾਸਤੇ ਚੈੱਕ ਰਾਹੀਂ ਇਹ ਪੈਸਾ ਜੋ ਹੈ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਤਾਂ ਇਹਨਾਂ ਜਿਵੇਂ ਹੁਣ ਜ਼ਿਕਰ ਕੀਤਾ ਕਿ 15 ਅਗਸਤ ਤੋਂ ਲੈ ਕੇ 25 ਅਗਸਤ ਤੱਕ ਥਾਲ ਖੜਕਾਓ ਆਪਣੇ ਪਿੰਡਾਂ ਦੇ ਵਿੱਚ, ਤੇ ਇੱਕ ਸਰਕਾਰ ਨੂੰ ਜਾਗਰੂਕ ਕਰੋ, ਸਰਕਾਰ ਨੂੰ ਜਾਗਰੂਕ ਕਰੋ ਵੀ ਸਾਨੂੰ ਜੋ ਪੈਸੇ ਨੇ ਉਹ ਅਕਾਊਂਟ ਰਾਹੀਂ ਚਾਹੀਦੇ ਨੇ, ਖਾਤੇ ਵਿੱਚ ਚਾਹੀਦੇ ਨੇ, ਨਾ ਕਿ ਚੈੱਕ ਰਾਹੀਂ ਚਾਹੀਦੇ ਨੇ। ਤਾਂ ਦੇਖਾਂਗੇ ਇਹਨਾਂ ਦੀ ਮੁਹਿੰਮ ਕਿੰਨਾ ਕੁ ਰੰਗ ਲਾਏਗੀ, ਸਮਾਂ ਦੱਸੂਗਾ।